ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸੁਖ ਕਾਹਦੇ ਨਾਲ ਏ? ਸੁਖ ਨਾਹੀਂ ਬਹੁਤਾ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ। ਬੜੇ ਤੁਸੀਂ ਮੂਵੀਆਂ ਦੇਖਦੇ ਰਹੋ, ਮੋਬਾਈਲਾਂ 'ਤੇ ਲੱਗੇ ਰਹੋ, ਕੰਪਿਊਟਰ 'ਤੇ ਲੱਗੇ ਰਹੋ, ਨਾਚ ਗਾਣੇ ਦੇਖਦੇ ਰਹੋ, ਸੁੱਖ ਨਹੀਂ ਤੁਹਾਨੂੰ ਮਿਲੇਗਾ। ਕਿਉਂਕਿ ਗੁਰੂਆਂ ਨੇ ਕਹਿਤਾ ਹੈ ਨਾਚ ਗਾਣੇ ਵੇਖਣ ਨਾਲ, ਟੀਵੀ ਮੋਬਾਈਲਾਂ 'ਤੇ 24 ਘੰਟੇ ਲੱਗੇ ਰਹਿਣਾ, ਤੁਸੀਂ ਸੁੱਖ ਨਹੀਂ ਲੈ ਸਕੋਗੇ। ਅਤੇ ਬਹੁਤੇ ਧਨ ਖੱਟਣ ਦੀ ਇੱਛਾ ਲੈ ਕੇ ਕਿ ਧਨ ਬਹੁਤ ਹੀ ਇਕੱਠਾ ਕਰ ਲਈਏ, ਇੱਧਰੋਂ ਵੀ ਕਰ ਲਈਏ, ਉੱਧਰੋਂ ਵੀ ਕਰ ਲਈਏ, ਸੁੱਖ ਨਹੀਂ ਤੁਹਾਨੂੰ ਮਿਲਣਾ। ਜੇ ਤੁਸੀਂ ਕਹੋ ਵੀ ਧਨ ਬਹੁਤੇ ਨਾਲ ਸੁੱਖ, ਗੁਰੂ ਸਾਹਿਬ ਕਹਿੰਦੇ ਦੁੱਖ ਮਿਲੇਗਾ। ਬਹੁਤ ਧਨ ਦੇ ਨਾਲ ਤੂੰ ਬਹੁਤ ਦੁਖੀ ਹੋਏਗਾ। ਸੁਖ ਨਾਹੀਂ ਰੇ ਹਰ ਭਗਤ ਬਿਨਾ, ਸੁਖ ਨਹੀਂ ਮਿਲਣਾ ਰੱਬ ਦੇ ਨਾਮ ਤੋਂ ਬਗੈਰ। ਜਿੰਨਾ ਮਰਜ਼ੀ ਜ਼ੋਰ ਲਾ ਲਓ ਕਿ ਅਸੀਂ ਸੁੱਖ ਲੈ ਲਵਾਂਗੇ, ਸੁੱਖ ਨਹੀਂ ਮਿਲਣ ਲੱਗਾ ਐਵੇਂ। ਸੁੱਖ ਮੰਗਤ ਦੁੱਖ ਅੱਗੇ ਆਵੇ। ਜਿੰਨੇ ਸੁੱਖ ਮੰਗੋਗੇ ਉਨੇ ਹੀ ਦੁੱਖ ਆਉਣਗੇ ਅੱਗੇ। ਜੇ ਸੁੱਖ ਮੰਗਦੇ ਆ ਤੇ ਦੁੱਖ ਆਉਂਦਾ ਏ। ਸੋ ਸੁੱਖ ਹਮਹੁ ਨਾ ਮੰਗਿਆ ਪਾਵੇ। ਸਾਡਾ ਸੁੱਖ ਰੱਬ ਨੂੰ ਮੰਗਿਆ ਪਾਉਂਦਾ ਨਹੀਂ। ਸੁੱਖ ਹੋਈ ਹੈ ਜੋ ਗੁਰੂ ਆਪ ਬਖਸ਼ਿਸ਼ ਕਰੇ। ਨਾਮ ਜਪੋਗੇ, ਸਿਮਰਨ ਕਰੋਗੇ, ਧਰਮ ਕਮਾਓਗੇ, ਜ਼ਰੂਰ ਸੁੱਖ ਮਿਲੇਗਾ। ਬਿਨਾਂ ਨਾਮ ਤੋਂ, ਧਰਮ ਤੋਂ, ਭਜਨ ਤੋਂ, ਸੇਵਾ ਸਿਮਰਨ ਪੁੰਨ ਦਾਨ ਤੋਂ ਬਗੈਰ ਘਰ 'ਚ ਸੁੱਖ ਨਹੀਂ ਆਉਣ ਲੱਗਾ। ਸੁੱਖ ਲੈਣਾ ਜੀ, ਆਪਾਂ ਨਾਮ ਜਪਣ ਵਾਸਤੇ ਇੱਥੇ ਆਏ ਹਾਂ। ਬਾਬਾ ਨੰਦ ਸਿੰਘ ਜੀ ਛੋਟੀ ਉਮਰ 'ਚ ਘਰ ਛੱਡਤਾ ਨਾਮ ਜਪਣ ਵਾਸਤੇ। ਫਿਰ ਪੂਰੇ ਸਾਵਧਾਨ ਹੋ ਗਏ ਕਿ ਹੁਣ ਇੱਕ ਵੀ ਸਵਾਸ ਨਹੀਂ ਖਾਲੀ ਜਾਣ ਦੇਣਾ। ਇਹਨਾਂ ਨੂੰ ਸੰਭਾਲਣਾ ਹੈ। ਧਰੂਵ ਨੇ ਘਰ ਛੱਡਿਆ ਸੀ ਨਾਮ ਜਪਣ ਵਾਸਤੇ। ਆਪਾਂ ਪੁੱਛੋ ਸਾਹਿਬ ਤੋਂ ਇੱਥੇ ਆਏ ਆ ਕਿ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਮ ਜਪਣ ਵਾਸਤੇ ਠੰਡੇ ਇਲਾਕੇ ਦੀ ਚੋਣ ਕਰ ਲੈਂਦੇ ਸੀ ਬਹੁਤੀ ਗਰਮੀ 'ਚ ਕਿ ਜਪਣਾ ਦਾ ਨਾਮ ਹੀ ਹੈ। ਗੁਰੂ ਸਾਹਿਬ ਨੂੰ ਵੀ ਠੰਡੇ ਇਲਾਕੇ 'ਚ ਲੈ ਚੱਲੀਏ ਅਤੇ ਆਪ ਵੀ ਉੱਥੇ ਚੱਲੀਏ। ਅਤੇ ਜੰਗਲਾਂ 'ਚ ਰਹਿੰਦੇ ਸੀ, ਜੰਗਲਾਂ 'ਚ ਬਿਲਕੁਲ ਘੋਰ ਜੰਗਲ 'ਚ ਦਰਖਤਾਂ ਥੱਲੇ, ਜਿੱਥੇ ਮਰਜ਼ੀ ਡੇਰਾ ਲਾ ਲਿਆ। ਅਤੇ ਫਿਰ ਸਾਰੇ ਬਾਬਾ ਜੀ ਸਮੇਤ ਸਾਰੇ ਨਾਮ ਜਪਦੇ ਸੀ। ਸੁਖਮਨੀ ਦਾ ਪਾਠ ਚੱਲੇ, ਕੀਰਤਨ ਹੋਵੇ, ਆਪੋ ਆਪਣਾ ਸਿਮਰਨ ਕਰੀਏ।
ਤੇ ਦੁਨੀਆ ਨੂੰ ਸੁੱਖ ਮਿਲਦਾ ਸੀ ਉਹਨਾਂ ਦੇ ਨਾਮ ਨਾਲ। ਸੰਸਾਰ ਕਾਹਦੇ ਨਾਲ ਚੱਲਦਾ ਹੈ? ਨਾਮ ਜਪਣ ਨਾਲ। ਰਾਜਿਆਂ ਦੇ ਰਾਜ ਚੱਲਦੇ ਨੇ ਨਾਮ ਜਪਣ ਨਾਲ। ਜੇ ਨਾਮ ਜਪਣ ਵਾਲੇ ਮਹਾਂਪੁਰਸ਼ ਹੋਣ ਨਾ, ਸੰਸਾਰ 'ਚ ਤੇ ਰਾਜੇ ਰਾਜ ਬਹੁਤ ਵਧੀਆ ਚਲਾਉਂਦੇ। ਕਿਉਂਕਿ ਜਿਸ ਰਾਜ ਭਾਗ 'ਚ ਮਹਾਂਪੁਰਸ਼ ਰਹਿੰਦੇ ਆ ਨਾ, ਨਾਮ ਜਪਣ ਵਾਲੇ, ਉਹ ਜਿਹੜੀ ਬੰਦਗੀ ਕਰਦੇ ਆ, ਉਸ ਬੰਦਗੀ ਦਾ ਇੱਕ ਹਿੱਸਾ ਮਹਾਂਪੁਰਸ਼ਾਂ ਦਾ ਦਰਗਾਹ ਵਿੱਚ ਜਮ੍ਹਾਂ ਹੁੰਦਾ ਹੈ ਅੱਗੇ ਵਾਸਤੇ। ਇੱਕ ਹਿੱਸਾ ਉਹਨਾਂ ਦਾ ਇੱਥੇ ਵਰਤਣ ਵਾਸਤੇ, ਸੰਗੀਆਂ ਸਾਥੀਆਂ ਵਾਸਤੇ, ਸੇਵਕਾਂ ਵਾਸਤੇ, ਆਪਦੇ ਵਾਸਤੇ। ਇੱਕ ਹਿੱਸਾ ਮਹਾਂਪੁਰਸ਼ਾਂ ਦਾ ਰਾਜੇ ਨੂੰ ਜਾਂਦਾ ਹੈ, ਤੀਜਾ ਹਿੱਸਾ। ਤੇ ਫਿਰ ਰਾਜਿਆਂ ਨੂੰ ਬੜੀ ਮੱਤ ਬੁੱਧ ਆ ਜਾਂਦੀ ਹੈ, ਚੰਗੇ ਵਿਚਾਰ ਆ ਜਾਂਦੇ ਆ, ਤੇ ਰਾਜੇ ਰਾਜ ਵਧੀਆ ਚਲਾਉਂਦੇ ਆ। ਪਰ ਜੇ ਸੰਤ ਮਹਾਂਪੁਰਸ਼ ਨਾਮ ਜਪਣ ਵਾਲੇ ਹੋਣ ਹੀ ਨਾ ਰਾਜ ਭਾਗ 'ਚ, ਸਵਾਰਥੀ ਹੋਣ, ਮਤਲਬੀ ਹੋਣ, ਮਾਇਆ ਪਿੱਛੇ ਲੱਗੇ ਹੋਣ, ਨਾ ਨਾਮ ਜਪਦੇ ਹੋਣ, ਨਾ ਜਪਾਉਂਦੇ ਹੋਣ, ਦਿਖਾਵੀ ਹੋਣ, ਫਿਰ ਰਾਜੇ ਪਾਪੀ ਹੋ ਜਾਂਦੇ ਆ, ਉਹਨਾਂ ਦੇ ਸੇਵਕ ਵੀ ਪਾਪੀ ਹੋ ਜਾਂਦੇ ਆ। ਮਹਾਂਪੁਰਸ਼ਾਂ ਦੇ ਨਾਮ ਜਪਣ ਜਪਾਉਣ ਨਾਲ ਸੇਵਕ ਵੀ, ਸੰਗਤ ਵੀ, ਲੋਕ ਵੀ ਸੁਖੀ ਰਹਿੰਦੇ ਆ, ਤੇ ਰਾਜਾ ਵੀ ਸੁਖੀ ਰਹਿੰਦਾ ਹੈ, ਤੇ ਪ੍ਰਜਾ ਵੀ ਸੁਖੀ। ਰਾਜ ਭਾਗ ਚਲਾਉਣ ਵਾਸਤੇ ਨਾਮ ਬੰਦਗੀ ਬੰਦ ਨਹੀਂ ਹੋਣ ਦੇਣਾ। ਮਹਾਂਪੁਰਸ਼ਾਂ ਨੇ ਕਿਰਪਾ ਕਰਤੀ, ਬਖਸ਼ਿਸ਼ ਕਰਤੀ। ਸੇਵਕਾਂ ਦੇ 2 ਉਹਨਾਂ ਨੇ ਮਸ਼ੀਨਾਂ ਲਾਈਆਂ ਸੀ। ਹਰੇ ਚਰਨ ਪਵਾਏ ਬਾਬਾ ਕੁੰਦਨ ਸਿੰਘ ਜੀ ਦੇ। ਬਾਬਾ ਜੀ ਨੇ ਦਿਆਲ ਹੋ ਕੇ ਦੋਨਾਂ ਮਸ਼ੀਨਾਂ 'ਤੇ ਹੱਥ ਰੱਖਦੇ, ਕਹਿੰਦੇ ਫੋਟੋ ਖਿੱਚੋ। ਚਲੋ ਫੋਟੋ ਖਿੱਚੀ। ਦਾਸ ਨੂੰ ਤੇ ਸੰਤ ਬਾਬਾ ਭਜਨ ਸਿੰਘ ਜੀ ਵੱਡਿਆਂ ਨੂੰ ਉਹਨਾਂ ਦੇ ਘਰੇ ਛੱਡ ਆਏ ਵੀ ਤੁਸੀਂ ਕੀਰਤਨ ਕਰੋ, ਰਾਤ ਨੂੰ ਕੀਰਤਨ ਕਰੋ, ਪਾਠੀ ਭੇਜੇ, ਤੁਸੀਂ ਪਾਠ ਚਲਾਓ। ਚਲੋ ਬਾਬਾ ਜੀ ਉਹਨਾਂ ਦੀ ਕਾਰਖਾਨੇ ਦਾ ਸ਼ੁਰੂ ਕਰਕੇ ਚਲੇ ਗਏ। ਨਾਲ ਹੁਕਮ ਕੀਤਾ, ਭਾਈ ਇਹਦਾ ਦਸਵੰਧ ਨਾਨਕ ਸਾਰੀ ਸੇਵਾ ਦੇ ਵਿੱਚ ਆਵੇਗਾ, ਇੱਥੇ ਹੀ ਲਾਉਣਾ ਹੈ। ਸਕੂਲ ਬਣਨ, ਕਾਲਜ ਬਣਨ, ਠਾਠ ਬਣਨ, ਸਰੋਵਰ ਬਣਨ, ਦਸਵੰਧ ਇੱਥੇ ਹੀ ਆਏਗਾ, ਤੇ ਕੰਮ ਤੁਹਾਡਾ ਬਹੁਤ ਚੱਲੇਗਾ। 4-5 ਭਰਾ ਸੀ। 2 ਮਸ਼ੀਨਾਂ ਤੋਂ ਤੇ ਨਾਲ ਪ੍ਰਸ਼ਾਦੇ ਦੀ ਸੇਵਾ ਮਿਲ ਗਈ। ਹਫ਼ਤੇ 'ਚ 1 ਦਿਨ ਕਿ ਲੰਗਰ ਬਣਾ ਕੇ ਖੁੱਲ੍ਹਾ ਗੱਡੀ ਭਰ ਕੇ ਨਾਨਕਸਰ ਲੈ ਕੇ ਆਉਣਾ ਹੈ। ਗੁਰੂ ਸਾਹਿਬ ਨੂੰ ਭੋਗ ਲੱਗੇਗਾ, ਸੰਗਤਾਂ 'ਚ ਵਰਤੇਗਾ। ਕਿਹੜੀ ਕਿਹੜੀ ਕਿਰਪਾ ਕੀਤੀ। ਕਾਰੋਬਾਰ 'ਤੇ ਹੱਥ ਰੱਖੀ, ਉਹਨਾਂ ਨੂੰ ਦਸਵੰਧ ਕੱਢਣ ਦੀ ਸਮੱਤ ਬਖਸ਼ੀ। ਘਰੇ ਗੁਰੂ ਸਾਹਿਬ ਦਾ ਕਮਰਾ ਬਣਾ ਕੇ 1 ਪਾਠੀ ਸਿੰਘ ਰੱਖ ਕੇ ਤੇ ਪਾਠ ਲਗਾਤਾਰ ਚੱਲਣ ਦੀ ਸਮੱਤ ਦਿੱਤੀ ਕਿ ਸਹਿਜ ਪਾਠ ਆਪ ਵੀ ਕਰੋ, ਪਾਠੀ ਸਿੰਘ ਵੀ ਕਰੇ, ਰੋਜ਼ ਗੁਰੂ ਸਾਹਿਬ ਨੂੰ ਭੋਗ ਲੱਗੇ ਪ੍ਰਸ਼ਾਦੇ ਦਾ, ਗੁਰੂ ਸਾਹਿਬ ਦੀ ਸੇਵਾ ਹੋਵੇ।
ऐसी समत बख्शी। गुरु साहब का घरे आसन लवा के सचखंड बना के कारोबार शुरू करके दसवंध ते ला के आख्या हुण देखियो ना काम दी रफ्तार गुरु की मेहर नाल वधदी जाएगी। उन्हां दे काम कार वास्ते छोटे छोटे दफ्तर बंदे मैनेजर लाए होंदे आ। हौजरी का काम सी, पता ही नहीं दो तो किन्नियां मशीनां हो गईयां, किन्ने दफ्तर बन गए, किन्ने वड्डे वड्डे कारोबार उन्हां खोल ले। सारियां भरावां ने वड्डियां वड्डियां इंडस्ट्रियां ला लियां, कारोबार बहुत चलिया, दसवंध भी कढ़िया, गुरु साहब के कमरे भी बनाए, पाठ भी चले, लंगर भी नानकसर आया। एक भरा पूरी सेवा ड्यूटी निभाउंदा सी, उनका बहुत सारे ने वख-वख काम कर लए। जिहड़ा बाबा जी नूं ज़्यादा मनदा सी, बाबा जी उन्होंने कहन लगे भी हुण भरावां ने वखरे होना है, तू वड्डा है। 5 भरा ने ते 5 ढेरियां कर दे। सारे पहलों आपो अपनियां ढेरियां लैणगे भी मैं आ लैना, मैं आ लैना। जिहड़ी 5वीं बज जाएगी वो तू लै लवीं, तेरे नाल कहंदे असीं आखो सी। उन्होंने भरावां नूं दे दिता हिस्सा, लै लो सारा। जिमें जिमें जिहड़ा हिस्सा बच गया वो लै लिया आप, नाल गुरुआं दी किरपा लै लई। जिन्हें अगे इन्ने कारोबार वधाए सी, इन्नियां मेहरां कीतियां सी, उन्हां नूं नाल रखिया। दूजियां ने बड़ियां आपो अपने जोरां नाल फैक्ट्रियां चलाउण लगे, कारोबार करन लगे। एक भरा पूरी बाबा जी दे बचनां ते चलन लगा। रोज़ नानकसर बाबा जी कोल मत्था टेक के प्रशाद पानी बाबा जी जिहड़ा छकदे सी लैके जाना। हरेक मंगलवार प्रशादा खुले दिल नाल लैके जाना। माँ बाप नूं घरे रखिया, सेवा कीती। लोकी असली चीज़ां छड्ड दिंदे आ, भरा कारोबार वंडदे आ ते माँ बाप नूं भी छड्ड दिंदे ने। दूजा भरा संभाले ते बल शक्ति उधरों होनी, गुरु नूं भी छड्ड दिंदे आ। यही करे, ये जरूरी है कि माँ बाप की सेवा भी साडे लई रब की सेवा है। मेरे दास दे भावें 5-6 भरा सी ते सेवा भी बहुत चलदियां सी, पर माँ प्यो की सेवा नहीं मैं किसी भरा नूं करन दित्ती। उन्होंने कहा नाल जो मर्जी कर लो, इन्हां नूं बजुर्ग समय च संभालना, इन्हां दे सुखां दा ख्याल करना, इन्हां दी दवाई बूटी दा, ये मेरे कोल ही रहणगे। बाप ने भी साडे कोल ही सरी छड्डिया ते माता जी ने भी हजूर साहब जाके। पता ही नहीं माँ बाप किन्ना कुछ दे जाते हैं। जे माँ बाप की सेवा करिए, अपने गुरु की सेवा नहीं छड्डनी। माँ बाप की सेवा नहीं, धर्म के कारज छड्डण वाले नहीं, दूजे छड्ड दिओ, दूजे तुहानूं वाधा नहीं करनगे। उन्हें माँ बाप नूं संभालिया, घर गुरु साहब का सचखंड बनिया सी उन्होंने संभालिया, पाठी सिंह रखे, जेड़ा हिस्सा बच गया वो संभाल लिया। उन्हां 4 भरावां तो 5 गुना काम उसका बन गया, जिन्हें छोटा हिस्सा लिया सी। दूजियां नूं पहल दित्ती सी, माँ बाप नूं रखिया सी, गुरु साहब नूं रखिया सी,
ਬਾਬਾ ਜੀ ਦਾ ਦਸਵੰਧ ਤੇ ਸੇਵਾ ਸੰਭਾਲੀ ਸੀ। ਉਹਦੇ ਘਰ ਲਹਿਰਾਂ ਬਹਿਰਾਂ ਲੱਗ ਗਈਆਂ ਫਿਰ ਦੁਬਾਰਾ, ਤੇ ਦੂਜਿਆਂ ਦੇ ਜਿਹੜੇ ਕੰਮ ਸੀ ਘਟ ਗਏ। ਜਿਹੋ ਜੀ ਕਿਸੇ ਦੀ ਭਾਵਨਾ ਸੀ, ਇੱਕ ਤਾਂ ਰੋਟੀ ਤੋਂ ਹੀ ਬੜਾ ਔਖਾ ਸੀ। ਸਾਡੇ ਕੋਲ ਕਈ ਵਾਰੀ ਆ ਜਾਂਦਾ ਸੀ, ਮੇਰਾ ਰੋਟੀ ਪਾਣੀ ਦਾ ਪ੍ਰਬੰਧ ਕਰੋ। ਜੋ ਮਿਲਿਆ ਮਾਂ ਬਾਪ ਦਾ ਹਿੱਸਾ ਖਾ ਕੇ ਦਿਨਾਂ 'ਚ ਹੀ, ਪਿੱਛੇ ਮਿਹਰ ਨਹੀਂ ਸੀ, ਵੱਧ ਸਕੇ ਨਹੀਂ। ਵਧੀ ਦਾ ਗੁਰੂ ਦੀ ਕਿਰਪਾ ਨਾਲ, ਮਾਇਆ ਨਹੀਂ ਵਧਾਉਂਦੀ। ਵਧੀ ਦਾ ਨਾਮ ਜਪ ਕੇ, ਵਧੀ ਦਾ ਮਾਤਾ ਪਿਤਾ ਦੀ ਸੇਵਾ ਦੇ ਨਾਲ, ਦੁਨੀਆ ਦੀ ਸੇਵਾ ਦੇ ਨਾਲ ਵਾਧਾ ਹੁੰਦਾ ਹੈ। ਪੁੰਨ ਦਾਨ ਕਰਨ ਨਾਲ ਘਾਟੇ ਪੈਂਦੇ ਦੂਜੀ ਤਰ੍ਹਾਂ। ਸਾਰੇ ਗੁਰੂ ਸਾਹਿਬ ਦੇ ਭਰੋਸੇ ਤੇ ਹੋ ਜਾਓ। ਇੱਕ ਮਹਾਂਪੁਰਖਾਂ ਨੇ ਘਰ ਛੱਡਤਾ, ਮਤਰੇਈ ਮਾਂ ਆ ਗਈ, ਉਹਨੇ ਘਰੋਂ ਕੱਢਤਾ। ਉਹ ਜੁੜੇ ਹੋਏ ਸੀ, ਉਹਨਾਂ ਦੂਜੇ ਪਿੰਡ ਜਾ ਕੇ ਕੰਮ ਕਾਰ ਸ਼ੁਰੂ ਕਰ ਲਏ। ਬੜੇ ਕੰਮ ਵਧੇ। ਉਹਨਾਂ ਸਮਿਆਂ 'ਚ ਪਿੰਡ 'ਚ ਤੇਲ ਕੱਢਣ ਵਾਲਾ ਕੋਲੂ, ਰੂੰ ਪਿੰਜਣ ਵਾਲਾ ਪਿੰਜਾ, ਕਰਿਆਨਾ ਤੇ ਆ ਦੂਜਾ ਕੱਪੜੇ ਦਾ ਕੰਮ ਤੇ ਖੇਤੀ ਹਿੱਸੇ ਠੇਕੇ ਦੇ, ਉਹ ਸਾਰਾ ਹੀ ਉਹਨਾਂ ਨੇ, ਥਾਰਿਆ ਸਿੰਘ, ਭਾਈ ਥਾਰਿਆ ਸਿੰਘ ਸੀ, ਉਹਨਾਂ ਨੇ ਕੰਮਕਾਰ ਸ਼ੁਰੂ ਕਰਤੇ। ਰੱਖਿਆ ਗੁਰੂ ਨੂੰ ਅੱਗੇ। ਕੋਈ ਵੀ ਗਾਹਕ ਆਉਂਦਾ ਸੀ, ਉਹਨੂੰ ਕਹਿੰਦੇ ਸੀ ਭਾਈ ਲੈ ਜਾ ਸਮਾਨ। ਉਹ ਆਪ ਤੋਲਦਾ ਸੀ, ਪੈਸੇ ਦੇ ਜਾਂਦਾ ਸੀ। ਕੋਈ ਵੀ ਜਾਵੇ, ਜਿਹੜਾ ਸਹੀ ਧਰਮ 'ਤੇ ਰਹਿੰਦਾ ਸੀ ਉਹਦੀ ਮਾਇਆ ਵੱਧਦੀ ਸੀ, ਜਿਹੜਾ ਚੋਰੀ ਕਰਦਾ ਸੀ ਉਹਦੀ ਮਾਇਆ ਘਟ ਜਾਂਦੀ, ਉਹਨੂੰ ਬਰਕਤ ਨਹੀਂ ਮਿਲਦੀ। ਉਹ ਜ਼ਹਿਰ ਹੁੰਦੀ ਹੈ। ਚਤਰਾਈ ਨਾਲ ਮਾਇਆ ਲੈ ਲਓ, ਚੋਰੀ ਨਾਲ ਲੈ ਲਵੋ, ਜ਼ਬਰਦਸਤੀ ਲੈ ਲਵੋ, ਸਮਝੋ ਤੁਸੀਂ ਜ਼ਹਿਰ ਲੈ ਲਈ, ਇਹ ਤੁਹਾਡਾ ਨੁਕਸਾਨ ਕਰੇਗੀ। ਦਿੱਤੀ ਹੋਈ ਲੈ ਲਵੋ, ਖੁਸ਼ੀ ਦੀ ਲੈ ਲਵੋ, ਮਿਹਨਤ ਕਰਕੇ ਲੈ ਲਵੋ, ਸਮਝੋ ਤੁਹਾਨੂੰ ਬਹੁਤ ਵਧੇਗੀ। ਬਾਕੀ ਜਿਹੜੀ ਉਹ ਘਟਾਏਗੀ। ਲੱਖਾਂ ਲੋਕਾਂ ਨੂੰ ਵੇਖੀਦਾ ਕਿ ਚੋਰੀ ਵਾਲਾ, ਚਤਰਾਈ ਵਾਲਾ, ਝੂਠ ਬੋਲ ਕੇ ਧਨ ਕਮਾਉਣ ਵਾਲਾ, ਧੱਕੇ ਨਾਲ ਲੈਣ ਵਾਲਾ, ਉਹ ਦਿਨ ਦਿਨ ਘਟਦਾ। ਗੁਰੂ ਦਾ ਦਿੱਤਾ ਖਾਣ ਵਾਲਾ ਦਿਨ ਦਿਨ ਵੱਧਦਾ ਹੈ। ਤੂੰ ਦਾਤਾ ਦਿੱਤਾ, ਤੇਰਾ ਦਿੱਤਾ ਖਾਵਣਾ। ਇੱਥੇ ਆਪਾਂ ਸੱਚੇ ਮਨ ਨਾਲ ਸੇਵਾ ਕਰਨੀ ਹੈ, ਨਾਮ ਜਪਣਾ ਹੈ। ਕਹਿਣਾ ਕੋਈ ਭਗਤੀ ਵਿੱਚ ਗਲਤੀ ਨਾ ਹੋ ਜੇ। ਆਪਾਂ ਭਗਤੀ ਕਰਨ ਲਈ ਧੰਨ ਬਾਬਾ ਨੰਦ ਸਿੰਘ ਜੀ ਨੂੰ ਮੁੱਖ ਰੱਖ ਕੇ, ਬਾਬਾ ਈਸ਼ਰ ਸਿੰਘ ਜੀ ਨੂੰ, ਨਾਨਕਸਰ ਤੋਂ ਇਹ ਸੇਵਾ ਚੱਲਦੀ ਰਹੀ ਹੈ। ਅਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਫਿਰ ਆਪਾਂ ਹੁਣ 2 ਮਹੀਨਾ ਇੱਥੇ, ਬਾਕੀ ਹਜ਼ੂਰ ਸਾਹਿਬ, ਉੱਧਰ ਫਿਰ ਵੀ ਠੰਡੀਆਂ ਹਵਾਵਾਂ, ਪਹਾੜ ਸ਼ੁਰੂ ਹੋ ਜਾਂਦੇ ਆ, ਠਾਠ ਬਣੇ ਨੇ, ਅਸਥਾਨ ਬਣੇ ਆ। ਫਿਰ ਉੱਧਰ ਜਪ ਤਪ ਸਿਮਰਨ ਹੋਏਗਾ। ਗਰਮੀ 'ਚ 2-3 ਮਹੀਨੇ ਜਿਹੜੇ ਨੇ, ਜੂਨ, ਜੁਲਾਈ, ਅਗਸਤ ਤੇ ਬਾਬਾ ਨੰਦ ਸਿੰਘ ਦੀ ਬਰਸੀ ਤੱਕ, ਇਹ ਬਾਹਰ ਹੀ ਹੁੰਦੇ ਆ ਜਪ ਤਪ। ਅਤੇ ਸਾਰੀਆਂ ਸੰਗਤਾਂ ਜਿਹੜੇ ਕਰੋ। ਬਿਹੰਗਮ ਸਿੰਘ ਆਪਣੀ ਡਿਊਟੀ ਤੋਂ ਬਗੈਰ 2.5 ਘੰਟੇ ਦਾ ਸਿਮਰਨ ਕਰਨਾ ਹੈ, ਚਾਹੇ ਸੁਖਮਨੀ ਦੇ ਪਾਠ, ਜਪਜੀ ਦੇ ਪਾਠ, ਮਾਲਾ, ਡਿਊਟੀ ਤੋਂ ਬਗੈਰ, ਕੀਰਤਨ ਦੀ ਤੋਂ। ਪਾਠੀ ਸਿੰਘਾਂ ਨੇ ਵੀ ਆਪਣੀ ਰੌਲ ਤੋਂ ਬਗੈਰ ਪੂਰੇ 2.5 ਘੰਟੇ ਦਾ ਸਿਮਰਨ ਰੋਜ਼ ਲਿਖਾਉਣਾ, ਰੋਜ਼ ਅਰਦਾਸ ਹੋਏਗੀ। ਜਿਹੜੇ ਬਿਹੰਗਮ ਸਿੰਘ ਡਿਊਟੀ ਕਰਦੇ ਆ, ਇਹਨਾਂ ਦੀ ਡਿਊਟੀ
ਜਿਹੜਾ ਇਹ 2.5 ਘੰਟੇ ਕਰਨਗੇ ਇਹ ਇਹਨਾਂ ਦਾ ਜਮਾ ਹੋ ਜਾਏਗਾ। ਪਾਠੀ ਸਿੰਘ ਜਿਹੜੇ ਪਾਠ ਕਰਦੇ ਆ, ਮਾਇਆ ਲੈਂਦੇ ਆ, ਇਹਨਾਂ 'ਚ ਕੋਈ ਨਹੀਂ ਇਹਨਾਂ ਨੂੰ ਮਿਲਦਾ। ਜਿਹੜਾ 2.5 ਘੰਟੇ ਦਾ ਸਿਮਰਨ ਕਰਨਗੇ, ਨਾਲ ਪਾਠ ਕਰਨਗੇ, ਕੀਰਤਨ 'ਚ ਬੈਠਣਗੇ, ਸਾਰੀਆਂ ਡਿਊਟੀਆਂ ਕਰਨਗੇ, ਉਹ ਇਹਨਾਂ ਨੂੰ ਮਿਲੇਗਾ। ਪਰਿਵਾਰ ਨੂੰ ਸੁੱਖ ਮਿਲੇਗਾ ਘਰ ਬਾਰ 'ਚ। ਇਵੇਂ ਹੀ ਰਾਗੀ ਸਿੰਘ ਬਾਹਰੋਂ ਆਉਣ ਵਾਲੇ ਪੂਰੀ ਭਾਵਨਾ ਨਾਲ ਕੀਰਤਨ ਕਰਨ, ਸਿਮਰਨ ਕਰਦੇ ਆਉਣ, ਪਾਠ ਸਿਮਰਨ ਕਰਦੇ ਜਾਣ, ਕਰਕੇ ਲਿਆਉਣ, ਇੱਥੇ ਲਿਖਾਉਣ, ਉਹਨਾਂ ਦਾ ਬਹੁਤ ਵਾਧਾ ਹੋਏਗਾ। ਅਤੇ ਇਹ ਭਗਤੀ ਵਾਸਤੇ ਆ। ਗੁਰੂ ਸਾਹਿਬ ਮਿਹਰ ਕਰਨ 'ਤੇ ਭਗਤੀ ਹੁੰਦੀ ਹੈ। ਮਿਹਰ ਕਰੇ ਤਾਂ ਖਸਮ ਧਿਆਈ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਅਤੇ ਸਾਰਿਆਂ ਨੇ ਲੰਗਰ ਪ੍ਰਸ਼ਾਦ ਲੰਗਰ 'ਚ ਹੀ ਛਕਣਾ ਹੈ। ਨਾਲ ਹੋਟਲ ਨੇ, ਥੱਲੇ ਉੱਤੇ ਕਿਸੇ ਨੇ ਹੋਟਲ ਦੇ ਵਿੱਚ ਖਾਣਾ ਨਹੀਂ। ਇਹ ਮਰਜ਼ਾਦਾ ਹੁੰਦੀ ਹੈ, ਅੰਮ੍ਰਿਤ ਹੁੰਦਾ ਹੈ। ਉੱਥੋਂ ਦੀ ਕਈ ਚੀਜ਼ਾਂ ਨਹੀਂ ਪਵਿੱਤਰ ਹੁੰਦੀਆਂ, ਨਾ ਉੱਪਰ ਨਾ ਥੱਲੇ। ਕਿਸੇ ਵੀ ਹੋਟਲ ਦੇ ਵਿੱਚ ਕਿਸੇ ਨੇ ਖਾਣਾ, ਚਾਹ ਪਾਣੀ ਜਾਂ ਚੀਜ਼ਾਂ ਵਾਧੂ ਘਾਟੂ ਨਹੀਂ ਖਾਣੀਆਂ। ਲੰਗਰ ਦਾ ਪ੍ਰਸ਼ਾਦ ਛਕ ਕੇ ਅਤੇ ਇੱਥੇ ਸੇਵਾ ਡਿਊਟੀਆਂ ਕਰਨੀਆਂ, ਇੱਥੇ ਹੀ ਰਹਿਣਾ ਹੈ। ਜਿਹੋ ਜਿਹੀ ਜਗ੍ਹਾ ਹੋਵੇ ਉਸ ਥਾਂ 'ਤੇ ਰਹਿਣਾ ਹੈ। ਭਗਤੀ ਕਰਨ ਦਾ ਮਨੋਰਥ ਰੱਖਣਾ ਹੈ। ਦੂਜਾ ਨਹੀਂ ਘੁੰਮਣ ਫਿਰਨ ਦਾ, ਸਵਾਦ ਲੈਣ ਦਾ, ਗੱਪਾਂ ਛੱਪਾਂ ਮਾਰਨ ਦਾ। ਜਿੰਨਾ ਟਾਈਮ ਆਰਾਮ ਕਰਨਾ ਹੈ ਆਰਾਮ ਕਰੋ, ਬਾਕੀ ਸਾਰਾ ਸਿਮਰਨ ਭਗਤੀ 'ਤੇ ਲਾਓ। ਇਹ ਅੱਗੇ ਵਾਸਤੇ ਸੁੱਖ ਮਿਲੇਗਾ। ਲਾਹਾ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁੱਖ ਪਾਵਾਂਗੇ। ਕੱਲ੍ਹ ਮਾਂ ਸੰਪੜ ਦੇ ਭੋਗ ਸੀ, ਸਮਾਪਤੀ ਹੋਈ। ਅੱਜ ਆਪਣੀ ਇਹ ਨਿਤਨੇਮ ਸੇਵਾ ਸ਼ੁਰੂ ਹੋਇਆ ਸਾਰੀਆਂ ਸੰਗਤਾਂ ਦਾ। ਜਿਹੜੇ ਜ਼ਿੰਮੇਵਾਰ ਹੋ ਪੂਰਾ ਪਹਿਰਾ ਦਿਓ, ਆਪਣੇ 'ਤੇ ਵੀ ਦੂਜਿਆਂ ਤੋਂ ਵੀ ਕਰਾਓ। ਬੀਬੀਆਂ ਵਿੱਚ ਜਿਹੜੀਆਂ ਜਥੇਦਾਰ ਨੇ ਉਹ ਵੀ ਆਪ ਪਾਠ ਪੂਜਾ ਸਿਮਰਨ ਕਰਨ ਅਤੇ ਦੂਜਿਆਂ ਦਾ ਵੀ ਲਿਖਣ। ਰੋਜ਼ ਦੀ ਰੋਜ਼ ਅਰਦਾਸ ਕਰਨੀ। ਪਾਠੀਆਂ ਦੇ ਜਥੇਦਾਰ ਪਾਠੀਆਂ ਦਾ ਲਿਖਣ ਸਿਮਰਨ। ਸਾਰਿਆਂ ਨੇ ਵੱਧ ਤੋਂ ਵੱਧ ਨਾਮ ਜਪ ਕੇ ਸਿਮਰਨ ਕਰਕੇ ਅਰਦਾਸ ਕਰਾਉਣੀ ਹੈ। ਬਾਬਾ ਜੀ ਦੀ ਸਿੱਖਿਆ ਹੈ। ਸਮਾਂ ਮਾੜਾ ਹੈ, ਬਚਿਆ ਨਹੀਂ ਜਾਣਾ ਹੁਣ ਕਿਸੇ ਤੋਂ। ਗੁਰੂ ਸਾਹਿਬ ਨੇ ਆਪਣੀ ਜੋ ਸ਼ਕਤੀ ਵਰਤਾਉਣੀ ਸੀ ਵਰਤਾ ਦੀ। ਸੰਚਾਰ ਸੰਸਾਰ 'ਚ ਸ਼ੁਰੂਆਤ ਹੋ ਗਈ। ਬੜੇ ਬੜੇ ਦੇਸ਼ਾਂ ਦਾ ਧੂੰਆਂ ਨਿਕਲ ਜਾਏਗਾ। ਵੱਡੇ ਵੱਡੇ ਮਾਇਆਧਾਰੀ ਭਿਖਾਰੀ ਬਣ ਜਾਣਗੇ, ਭੀਖ ਮੰਗਣਗੇ। ਜਿਹੜੇ ਦੇਸ਼ ਦੇ ਧਨ ਦੇ ਕਹਿੰਦੇ ਆ ਨਾ ਵੀ ਅਸੀਂ ਸਾਰਾ ਧਨ ਹਿੰਦੁਸਤਾਨ ਦਾ ਲੈ ਜਾਣਾ ਹੈ, ਉਹ ਭੀਖ ਮੰਗਣਗੇ। ਵੱਡੇ ਵੱਡੇ ਦੇਸ਼ਾਂ ਦੇ ਹੰਕਾਰ ਟੁੱਟ ਜਾਣਗੇ। ਜਿੰਨੇ ਚੋਰੀ ਅਤੇ ਚਤਰਾਈਆਂ ਅਤੇ ਚਲਾਕੀ ਦੇ ਪਾਪ ਦਾ ਪੈਸਾ ਖਾਣ ਵਾਲੇ ਆ, ਸਾਰੇ ਬਿਮਾਰੀਆਂ ਨਾਲ, ਕਲੇਸ਼ ਨਾਲ ਉਹਨਾਂ ਦੀਆਂ ਮੌਤਾਂ ਸ਼ੁਰੂ ਹੋ ਜਾਣਗੀਆਂ। ਜਿਹੜੀ ਬਿਮਾਰੀ ਪਰਮੇਸ਼ਰ ਨੇ ਛੱਡੀ। ਬਾਬਾ ਜੀ ਕਹਿੰਦੇ ਸੀ ਇਹ ਸੰਤਾਂ ਭਗਤਾਂ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ ਨਹੀਂ ਕੋਈ ਆਖੇਗੀ। ਇੱਕ ਵਾਰੀ ਬਾਬਾ ਜੀ ਟਿੱਲੇ ਦੇ ਉੱਪਰ ਸੀ ਅਤੇ ਸੇਵਾਦਾਰ ਪਹਿਰੇ 'ਤੇ ਸੀ। ਉਹਨੇ ਕੀ ਦੇਖਿਆ ਕਿ ਇੱਕ ਰੇਲ ਗੱਡੀ ਵਰਗੀ ਚੀਜ਼ ਆਈ ਹੈ ਅਤੇ ਤੁਰੀ ਆਉਂਦੀ ਅਤੇ ਬੰਦਿਆਂ ਨੂੰ ਲਾਈ ਜਾਂਦੀ। ਇਹੋ ਜਿਹੀ ਕੋਈ ਚੀਜ਼ ਹੈ ਅਤੇ ਉਹ ਥਾਂ ਥਾਂ 'ਤੇ ਬੰਦੇ ਉਤਾਰੀ ਜਾਂਦੀ ਹੈ। ਉਹ ਡਰਾਉਣੀ ਛਕਣ ਵਾਲੇ ਆ। ਉਹਨੇ ਬਾਬਾ ਜੀ ਨੂੰ ਕਿਹਾ ਜੀ ਰਾਤ ਇੱਕ ਰੇਲ ਵਰਗੀ ਕੋਈ ਚੀਜ਼ ਲੰਘੀ ਹੈ ਅਤੇ ਥਾਂ ਥਾਂ 'ਤੇ ਬੰਦਿਆਂ ਨੂੰ ਉਤਾਰੀ ਗਏ ਆ। ਬਾਬਾ ਜੀ ਕਹਿਣ ਲੱਗੇ ਇਹ ਬਹੁਤ ਤਗੜੀ ਬਿਮਾਰੀ ਆਈ ਹੈ ਪਲੇਗ ਦੀ। ਇਹ ਹੁਣ ਵਰਤੇਗੀ ਸੰਸਾਰ 'ਚ ਅਤੇ ਚੂਹਿਆਂ ਤੋਂ ਸ਼ੁਰੂ ਹੋਏਗੀ। ਚੂਹਿਆਂ ਦੇ ਮਰਨ ਤੋਂ ਬਿਮਾਰੀ ਇਹ ਫੈਲਣੀ ਸ਼ੁਰੂ ਹੋਏਗੀ। ਅਤੇ ਕਹਿੰਦੇ ਉਹ ਜਿਹੜੇ ਬੰਦੇ ਉਤਰੇ ਸੀ ਰੇਲ 'ਚ, ਉਹਨਾਂ ਕਿਵੇਂ? ਕਹਿੰਦੇ ਜੀ ਉਹਨਾਂ ਨੇ ਹਰੇਕ ਪਿੰਡ ਦੇ
ਬਾਹਰ ਨਾ ਝੌਂਪੜੀਆਂ ਪਾ ਕੇ ਬੈਠੇ ਨੇ। ਉਹ ਜਿਹੜੇ ਬੰਦੇ ਉਤਰੇ ਸੀ ਥਾਂ ਥਾਂ 'ਤੇ ਉਤਾਰੇ ਗਏ ਨੇ। ਕਹਿੰਦੇ ਰੱਬ ਵੱਲੋਂ ਇੱਕ ਬਿਮਾਰੀ ਆਈ ਬਹੁਤ ਵੱਡੀ। ਉਹ ਫੈਲਾਉਣ ਵਾਲੇ ਬੰਦੇ ਜਿਹੜੇ ਨੇ ਉਹਨਾਂ ਨੂੰ ਉਤਾਰਿਆ ਗਿਆ ਹੈ। ਅਤੇ ਉਹ ਰਾਤ ਨੂੰ 2-3 ਵਜੇ ਉਹਨਾਂ ਨੂੰ ਹੁਕਮ ਹੋਏ ਕਰੇਗਾ ਵੀ ਬਿਮਾਰੀ ਫੈਲਾਓ। ਉਹ ਘਰਾਂ ਵਿੱਚ ਥਾਂ ਥਾਂ 'ਤੇ ਬਿਮਾਰੀ ਸਿੱਟ ਆਉਣਗੇ। ਫਿਰ ਲੋਕਾਂ ਨੂੰ ਬਿਮਾਰੀ ਪੈ ਜਾਏਗੀ, ਪਸ਼ੂ ਵੀ ਮਰਨੇ, ਬੰਦੇ ਵੀ ਮਰਨੇ ਸ਼ੁਰੂ ਹੋ ਜਾਣਗੇ। ਜਿਹੜੇ ਘਰ ਵਿੱਚ ਪਾਠ ਸਿਮਰਨ ਹੁੰਦਾ ਹੋਵੇਗਾ ਅੰਮ੍ਰਿਤ ਵੇਲੇ ਉਹ ਬਿਮਾਰੀ ਚੱਲੇਗੀ। ਜਿਹੜੇ ਘਰਾਂ ਵਿੱਚ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਪੂਜਾ ਅਤੇ ਪਾਠ ਸਿਮਰਨ ਹੁੰਦਾ ਹੋਵੇਗਾ ਉਸ ਘਰ 'ਚ ਉਹ ਬਿਮਾਰੀ ਨਹੀਂ ਵਰਤਾਉਣਗੇ। ਦੂਜੇ ਸਾਰੇ ਵਰਤੇਗੀ। ਬੜੀ ਦੇਖਿਓ ਦੁਨੀਆ ਕਿਵੇਂ ਮਰਦੀ। ਇਹ ਜਿਹੜੇ ਘਰਾਂ ਨੂੰ ਚੰਬੜੇ ਨੇ ਘਰ ਛੱਡ ਕੇ ਭੱਜਣਾ ਨਾ ਬਾਹਰ ਨੂੰ, ਕਿਉਂਕਿ ਘਰ 'ਚ ਇਹਨਾਂ ਦੇ ਗੰਦ ਵਾੜ ਗਿਆ ਹੈ ਸਮਾਂ। ਇਹ ਘਰ 'ਚ ਸੁਖੀ ਨਹੀਂ, ਇਹ ਘਰ ਭੱਜਣਗੇ ਬਾਹਰ। ਬਸ ਦੂਜੇ ਚੌਥੇ ਦਿਨ ਹੀ ਪਲੇਗ ਦੀ ਬਿਮਾਰੀ ਸ਼ੁਰੂ ਹੋ ਗਈ। ਸਾਰੇ ਡਾਕਟਰਾਂ ਨੇ ਬਾਹਰਲਿਆਂ ਦੇਸ਼ਾਂ ਨੇ ਜ਼ੋਰ ਲਾ ਲਿਆ, ਬਿਮਾਰੀ ਨਹੀਂ ਹਟੀ। ਫਿਰ ਬਾਬਾ ਮਾਂ ਹਰਨਾਮ ਸਿੰਘ ਜੀ ਨੇ ਉਸ ਬਿਮਾਰੀ ਨੂੰ ਹਟਾਇਆ। ਉਹ ਸਾਖੀ ਆਉਂਦੀ ਹੈ ਵਿੱਚ, ਕਿਉਂਕਿ ਸਮੇਂ ਦੇ ਮਹਾਂਪੁਰਸ਼ ਹੀ ਕੁਝ ਕਰ ਸਕਦੇ ਆ। ਦੁਨੀਆ ਨੇ ਫਿਰ ਬਾਹਰ ਚਲੇ ਗਏ ਖੇਤਾਂ 'ਚ, ਲੋਕ ਪਿੰਡਾਂ 'ਚ ਮੌਤਾਂ ਸ਼ੁਰੂ ਹੋ ਗਈਆਂ ਸੀ ਅਤੇ ਪਿੰਡ ਛੱਡ ਕੇ ਲੋਕ ਖੇਤਾਂ ਵਿੱਚ ਫਿਰ ਪਸ਼ੂ ਮਾਲ ਡੰਗਰ ਲੈ ਗਏ, ਝੁੱਗੀਆਂ ਪਾ ਕੇ ਰਹੇ। 3 ਮਹੀਨੇ ਲੋਕ ਫਿਰ ਘਰਾਂ ਨੂੰ ਛੱਡ ਕੇ ਬਾਹਰ ਰਹੇ ਸੀ, ਇੱਕ ਦੂਜੇ ਕੋਲ ਗਏ ਨਹੀਂ ਸੀ, ਮਿਲੇ ਨਹੀਂ ਸੀ। ਅਤੇ ਉਹ ਬਿਮਾਰੀ ਫਿਰ ਬਾਬਾ ਜੀ ਨੇ ਕਿਹਾ ਸੀ 3 ਮਹੀਨੇ ਤੱਕ ਇਹ ਸਮਾਂ ਲਾਏਗੀ। ਅਤੇ ਪੈਣੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਅੰਦਰ ਨਾਮ ਨਹੀਂ, ਸਿਮਰਨ ਨਹੀਂ, ਸੱਚ ਨਹੀਂ, ਮਹਾਂਪੁਰਖਾਂ ਦੀ ਸੰਗਤ ਨਹੀਂ, ਗੁਰੂ ਦੀ ਓਟ ਨਹੀਂ। ਉੱਥੇ ਵਰਤੇਗੀ। ਸੰਸਾਰ 'ਚ ਬਿਮਾਰੀਆਂ ਆਉਂਦੀਆਂ ਨੇ, ਕਿਤੇ ਨਸ਼ਿਆਂ ਦੀਆਂ, ਕਿਤੇ ਕਲੇਸ਼ ਦੀਆਂ, ਦੂਜੀਆਂ ਸਭ। ਪਰ ਜਿਹੜੇ ਸਿਮਰਨ ਭਜਨ ਕਰਦੇ ਗੁਰੂ ਦੇ ਬਣੇ ਹੁੰਦੇ ਆ ਉਹਨਾਂ ਨੂੰ ਗੁਰੂ ਸਾਹਿਬ ਬਚਾ ਲੈਂਦੇ ਆ। ਹੁਣ ਬਿਮਾਰੀ ਦਾ ਕਹਿਰ ਵਰਤ ਰਿਹਾ ਹੈ ਅਤੇ ਚੱਲਣਾ ਨਹੀਂ ਕਿਸੇ ਦਾ ਕੁਝ। 2 ਸਾਲਾਂ ਤੋਂ ਦਫ਼ਤਰ, ਕਾਲਜ, ਸਕੂਲ, ਪਹਿਲੋਂ ਤਾਂ ਗੁਰਦੁਆਰੇ ਮੰਦਰਾਂ ਨੂੰ ਤਾਲੇ ਲੱਗ ਗਏ ਸੀ। ਹੁਣ ਤਾਂ ਫਿਰ ਵੀ ਗੁਰਦੁਆਰੇ ਮੰਦਰ ਖੁੱਲ੍ਹੇ ਹੋਏ ਨੇ। ਅਸੀਂ ਕਿਹਾ ਸੀ ਇਹਨਾਂ ਨੂੰ ਬੰਦ ਨਾ ਕਰੋ, ਇੱਥੇ ਪਾਠ ਭਜਨ ਹੋਣ ਦਿਓ। ਬੰਦ ਕਰਨ ਵਾਲੀਆਂ ਚੀਜ਼ਾਂ ਤੇ ਬੰਦ ਕਰੋ ਅਤੇ ਗੁਰੂ ਸਾਹਿਬ ਰਾਖੀ ਕਰਨਗੇ। ਜਿਨ ਕਲ ਰਾਖੀ ਮੇਰੀ। ਸਾਰੇ ਸਾਵਧਾਨ ਹੋ ਕੇ ਪਾਠ ਸਿਮਰਨ ਕਰਿਓ, ਗਲਤੀ ਨਾ ਕੋਈ ਕਰਿਓ ਕਿ ਕੀਤਾ ਪਾਠ ਸਾਰਾ ਐਵੇਂ ਹੀ ਚਲਾ ਜਾਏ। ਲੰਗਰ ਦਾ ਪ੍ਰਸ਼ਾਦਾ ਛਕਣਾ ਹੈ ਅਤੇ ਸੇਵਾ ਸਿਮਰਨ ਕਮਾਉਣਾ ਹੈ ਸਾਰਾ ਦਿਨ। ਹੁਣ ਰਾਤ ਦੇ ਰਹਿਣ ਸਬਾਈ ਕੀਰਤਨ ਦੀ ਰਮਤਾ ਹੈ। ਸਾਰੇ ਹਾਜ਼ਰੀਆਂ ਭਰਨਗੇ ਵਾਰੀ ਵਾਰੀ ਅਤੇ ਸੰਗਤਾਂ ਸਾਰੀਆਂ ਲੰਗਰ ਪਾਣੀ ਛਕਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨ ਗੁਰੂ ਨਾਨਕ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।